ਇਹ ਅਖਬਾਰ ਦੇ ਸੰਪਾਦਕ ਨੂੰ ਜਿਹੜਾ ਅਸੀਂ ਪੱਤਰ ਲਿਖਦੇ ਹਾਂ ਉਹ ਬਹੁਤਾ ਜ਼ਿਆਦਾ ਰਸਮੀ ਵੀ ਨਹੀਂ ਹੁੰਦਾ, ਬਹੁਤਾ ਜ਼ਿਆਦਾ ਘਰੇਲੂ ਵੀ ਨਹੀਂ ਹੁੰਦਾ, ਬਹੁਤਾ ਬੰਦਿਸ਼ ਵਾਲਾ ਵੀ ਨਹੀਂ ਹੁੰਦਾ ਅਤੇ ਬਹੁਤਾ ਖੁੱਲ੍ਹਾ ਵੀ ਨਹੀਂ ਹੁੰਦਾ। ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣ ਦਾ ਸਾਡਾ ਮਕਸਦ ਇਹ ਹੁੰਦਾ ਵੀ ਉਹ ਜਿਹੜੀ ਵੀ ਮਸਲੇ ਬਾਰੇ ਅਸੀਂ ਪੱਤਰ ਲਿਖਦੇ ਹਾਂ, ਅਖਬਾਰ ਸੰਪਾਦਕ ਉਸ ਪੱਤਰ ਨੂੰ ਆਪਣੇ ਅਖਬਾਰ ਵਿੱਚ ਛਾਪੇ ਤਾਂ ਕਿ ਜਿਹੜਾ ਸੰਬੰਧਿਤ ਵਿਭਾਗ ਹੈ, ਜਿਹੜੇ ਡਿਪਾਰਟਮੈਂਟ ਨੇ ਉਹ ਕੰਮ ਕਰਨਾ ਹੈ, ਉਹਦੇ ਤੱਕ ਉਹ ਗੱਲ ਪਹੁੰਚੇ, ਲੋਕਾਂ ਦੀ ਰਾਏ ਬਣੇ, ਲੋਕ ਇਕਜੁੱਟ ਹੋਣ ਅਤੇ ਜਿਹੜਾ ਮਸਲਾ ਹੈ ਉਹਦਾ ਹੱਲ ਹੋ ਜਾਵੇ। ਠੀਕ ਹੈ। ਸੋ ਆਓ ਅਖਬਾਰ ਦੇ ਸੰਪਾਦਕ ਨੂੰ ਜਿਹੜੇ ਪੱਤਰ ਨੇ ਉਹਨਾਂ ਨੂੰ ਪੜ੍ਹੀਏ। ਜਿੰਨੇ ਤੁਹਾਡੇ ਸਿਲੇਬਸ ਦਿੱਤੇ ਆ ਕੁਝ ਦੀ ਦੁਹਰਾਈ ਹੋ ਜਾਏਗੀ ਅਤੇ ਕੁਝ ਨੂੰ ਅਸੀਂ ਨਵੇਂ ਸਿਰਿਓਂ ਪੜ੍ਹਾਂਗੇ। ਆਪਾਂ ਆਪਣੀ ਸ਼ਬਦਾਂ ਦੇ ਵਿੱਚ ਇਹਨੂੰ ਬਿਆਨ ਕਰਾਂਗੇ ਵੀ ਪੱਤਰ ਕਿਹੜਾ ਅਤੇ ਕਿਸ ਤਰੀਕੇ ਦੇ ਨਾਲ ਅਸੀਂ ਉਹਦਾ ਹੱਲ ਕਰਨਾ ਹੈ, ਕਿਵੇਂ ਅਸੀਂ ਉਹਨੂੰ ਪੜ੍ਹਨਾ ਹੈ। ਅਤੇ ਜਿੱਥੇ ਤੁਹਾਨੂੰ ਲੱਗਿਆ ਕਿ ਕੋਈ ਚੀਜ਼ ਸਮਝਣ ਦੀ ਲੋੜ ਹੈ, ਤੁਸੀਂ ਇਸ ਚੈਨਲ ਦੇ ਲਿੰਕ ਨੂੰ ਜਦੋਂ ਖੋਲੋਗੇ YouTube ਦੇ ਤਾਂ ਤੁਸੀਂ ਸਕਰੀਨ ਨੂੰ ਟੱਚ ਕਰਕੇ ਉਹਨੂੰ ਰੋਕ ਸਕਦੇ ਹੋ ਅਤੇ ਰੋਕ ਕੇ ਤੁਸੀਂ ਆਰਾਮ ਨਾਲ ਜਿਹੜੀ ਚੀਜ਼ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਹੈ ਉਹਨੂੰ ਰੋਕ ਕੇ ਵੀ ਪੜ੍ਹ ਸਕਦੇ ਹੋ। ਠੀਕ ਹੈ। ਸੋ ਆਓ ਅਖਬਾਰ ਸੰਪਾਦਕ ਦੇ ਜਿਹੜੇ ਪੱਤਰ ਨੇ ਉਹਨਾਂ ਨੂੰ ਪੜ੍ਹੀਏ। ਪਿਆਰੇ ਵਿਦਿਆਰਥੀਓ, ਜਿਹੜਾ ਸੜਕਾਂ 'ਤੇ ਦੁਰਘਟਨਾਵਾਂ ਬਾਰੇ ਕਿਸੇ ਅਖਬਾਰ ਸੰਪਾਦਕ ਨੂੰ ਲਿਖਣਾ ਉਹਦੇ ਵਿੱਚ ਨੋਟ ਕਰੋ, ਉੱਤੇ ਆਏਗਾ ਸੇਵਾ ਵਿਖੇ, ਫਿਰ ਸੰਪਾਦਕ ਜੀ ਜਾਂ ਸੰਪਾਦਕ ਸਾਹਿਬ, ਕੌਮਾ, ਰੋਜ਼ਾਨਾ ਕੋਈ ਵੀ ਅਖਬਾਰ ਦਾ ਨਾਂ, ਜਿਹੜੀ ਥਾਂ ਤੋਂ ਅਖਬਾਰ ਨਿਕਲਦਾ ਤੀਜੀ ਲਾਈਨ ਵਿੱਚ ਉਸ ਥਾਂ ਦਾ ਨਾਂ, ਵਿਸ਼ਾ ਫਿਰ ਆਏਗਾ ਸੜਕਾਂ 'ਤੇ ਦੁਰਘਟਨਾਵਾਂ ਜਾਂ ਜਿਹੜਾ ਵੀ ਵਿਸ਼ਾ ਤੁਹਾਨੂੰ ਕਿਹਾ ਗਿਆ। ਉਸ ਤੋਂ ਬਾਅਦ ਸ੍ਰੀਮਾਨ ਜੀ ਸੰਬੋਧਨੀ ਸ਼ਬਦ ਤੁਸੀਂ ਦੇਖ ਰਹੇ ਹੋ। ਇਸ ਤੋਂ ਬਾਅਦ ਤੁਸੀਂ ਗੱਲ ਕਰਨੀ ਹੈ ਕਿ ਅੱਜ ਕੱਲ੍ਹ ਸੜਕਾਂ ਉੱਤੇ ਦੁਰਘਟਨਾਵਾਂ ਵੱਧ ਰਹੀਆਂ ਹਨ। ਕੁਝ ਲੋਕ ਸੜਕਾਂ ਦੀ ਮੰਦੀ ਹਾਲਤ ਨੂੰ ਇਹਦਾ ਕਾਰਨ ਸਮਝਦੇ ਨੇ। ਜੋ ਵੀ ਤੁਸੀਂ ਸਮਝਦੇ ਹੋ ਉਹਨੂੰ ਆਪਣਾ ਵਿਸਥਾਰ ਨਾਲ ਤੁਸੀਂ ਇੱਕ ਪੈਰਾ ਜਿਵੇਂ ਸਕਰੀਨ 'ਤੇ ਦੇਖ ਸਕਦੇ ਹੋ। ਫਿਰ ਉਸ ਤੋਂ ਬਾਅਦ ਦੂਜਾ ਪੈਰਾ ਜੋ ਤੁਹਾਡੇ ਨਾਲ ਵਾਪਰਿਆ ਕਿ ਮੈਂ ਆਪਣੇ ਮੋਟਰਸਾਈਕਲ ਉੱਤੇ ਖਰੜ ਤੋਂ ਮੋਰਿੰਡੇ ਵੱਲ ਜਾਂ ਕਿਸੇ ਵੀ ਥਾਂ ਦਾ ਨਾਂ ਲਿਖ ਸਕਦੇ ਹੋ, ਉੱਥੇ ਜਾ ਰਿਹਾ ਸੀ ਜਾਂ ਜਾ ਰਹੀ ਸੀ। ਮੈਂ ਬਿਲਕੁਲ ਖੱਬੇ ਹੱਥ ਸੜਕ ਦੇ ਕਿਨਾਰੇ 'ਤੇ ਮੋਟਰਸਾਈਕਲ ਚਲਾ ਰਿਹਾ ਸਾਂ ਜਾਂ ਚਲਾ ਰਹੀ ਸੀ ਅਤੇ ਉਸ ਤੋਂ ਬਾਅਦ ਜੋ ਘਟਨਾ ਵਾਪਰੀ। ਠੀਕ ਹੈ। ਇਹ ਹੁਣ ਤੁਸੀਂ ਉਹਨੂੰ ਇੱਕ ਨਿੱਜੀ ਛੋਹ ਦਿੱਤੀ ਹੈ, ਪਰਸਨਲ ਟੱਚ ਦਿੱਤਾ ਕਿ ਕੀ ਹੋ ਰਿਹਾ, ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ। ਜੋ ਤੁਹਾਡੇ ਨਾਲ ਵਾਪਰਿਆ ਤੁਸੀਂ ਇਹਦੇ 'ਚ ਲਿਖ ਦਿੱਤਾ। ਮੈਂ ਜ਼ਿਆਦਾ ਵਿਸਥਾਰ 'ਚ ਨਹੀਂ ਜਾਊਂਗਾ ਕਿਉਂਕਿ ਸਕਰੀਨ 'ਤੇ ਤੁਹਾਡੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ, ਤੁਸੀਂ ਇਹਨੂੰ ਬੜੇ ਸੌਖਿਆਂ ਪੜ੍ਹ ਸਕਦੇ ਹੈਗੇ ਹੋ। ਪਿੰਡ ਦੇ ਲੋਕਾਂ ਨੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ, ਜੋ ਹਾਦਸਾ ਹੋਇਆ ਉਹਦੇ ਬਾਰੇ ਜ਼ਿਕਰ ਕੀਤਾ ਜਾ ਰਿਹਾ। ਉਸ ਤੋਂ ਬਾਅਦ ਰੱਬ ਦਾ ਸ਼ੁਕਰ ਕੀਤਾ ਲੋਕਾਂ ਨੇ ਕਿ ਜਾਨਾਂ ਬਚ ਗਈਆਂ। ਠੀਕ ਹੈ। ਇਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਕਿ ਦੁਰਘਟਨਾਵਾਂ ਹੁੰਦੀਆਂ ਕਿਉਂ ਨੇ, ਇਹਦੇ ਬਾਰੇ ਇੱਕ ਪੈਰਾ ਆ ਜਾਏਗਾ। ਫਿਰ ਅੰਤ ਦੇ ਵਿੱਚ ਆਖਰੀ ਪੈਰੇ ਵਿੱਚ ਮੇਰੇ ਵਿਚਾਰ ਵਿੱਚ ਡਰਾਈਵਰਾਂ ਕੰਡਕਟਰਾਂ ਨੂੰ ਕੋਈ ਅਜਿਹੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਉਹਨਾਂ ਨੂੰ ਸਬਰ ਨਾਲ ਅਤੇ ਠੀਕ ਤਰ੍ਹਾਂ ਬੱਸਾਂ ਚਲਾਉਣ ਦੀ ਸਿੱਖਿਆ ਦਿੱਤੀ ਜਾ ਸਕੇ। ਠੀਕ ਹੈ। ਇਹਦੇ ਬਾਰੇ ਗੱਲ ਕਰਨ ਤੋਂ ਬਾਅਦ ਫਿਰ ਤੁਸੀਂ ਕਹਿਣਾ ਇਸ ਮਹਿਕਮੇ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਡਰਾਈਵਰਾਂ ਨਾਲ ਸਖਤੀ ਨਾਲ ਨਿਪਟਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਨਾ ਵਾਪਰਨ। ਧੰਨਵਾਦ ਸਾਹਿਤ। ਤੁਹਾਡਾ ਪਾਠਕ, ਪਾਠਕ ਹੁੰਦਾ ਪੜ੍ਹਨ ਵਾਲਾ, ਤੁਹਾਡਾ ਪਾਠਕ ਜਗਤਾਰ ਸਿੰਘ, ਅੱਗੇ ਜਾਂ ਕੋਈ ਵੀ ਨਾਮ, ਫਿਰ ਉਹਦਾ ਮਕਾਨ ਨੰਬਰ, ਪਤਾ ਅਤੇ ਫਿਰ ਉਸ ਤੋਂ ਬਾਅਦ ਕਿੱਥੇ ਉਹ ਰਹਿੰਦਾ ਹੈ, ਜ਼ਿਲ੍ਹਾ, ਅਤੇ ਅੰਤ ਦੇ ਵਿੱਚ ਥੱਲੇ ਖੱਬੇ ਪਾਸੇ ਅਸੀਂ ਮਿਤੀ ਪਾ ਸਕਦੇ ਹੈਗੇ ਹਾਂ। ਇਹਦੇ ਨਾਲ ਸਾਡਾ ਇੱਕ ਪੱਤਰ ਜਿਹੜਾ ਹੈ ਉਹ ਕਵਰ ਹੋ ਗਿਆ। ਦੂਜਾ ਪੱਤਰ ਹੈ ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦੀ ਲੋੜ ਬਾਰੇ। ਇਹ ਵਿਸ਼ਾ ਇਹਦਾ ਹੈ ਨਾ। ਸੇਵਾ ਵਿਖੇ ਉਸੇ ਤਰ੍ਹਾਂ ਸੰਪਾਦਕ ਸਾਹਿਬ, ਫਿਰ ਅਖਬਾਰ ਦਾ ਨਾਂ ਇੱਥੇ ਅਕਾਲੀ ਪੱਤਰਕਾ ਹੋ ਗਿਆ, ਇਹ ਜਲੰਧਰ ਤੋਂ ਨਿਕਲਦਾ, ਜ਼ਿਲ੍ਹਾ ਜਾਂ ਸ਼ਹਿਰ ਦਾ ਨਾਂ ਜਲੰਧਰ ਆ ਗਿਆ, ਵਿਸ਼ਾ ਆ ਗਿਆ ਜੋ ਮੈਂ ਤੁਹਾਨੂੰ ਦੱਸਿਆ। ਉਸ ਤੋਂ ਬਾਅਦ ਸ੍ਰੀਮਾਨ ਜੀ ਸੰਬੋਧਨੀ ਸ਼ਬਦ ਆ ਗਿਆ। ਮੈਂ ਆਪਣੇ ਪੁਰਖਿਆਂ ਦੇ ਪਿੰਡ ਭੋਮਾ ਦੀ ਇੱਕ ਗੰਭੀਰ ਸਮੱਸਿਆ ਤੁਹਾਡੇ ਅਖਬਾਰ ਅਕਾਲੀ ਪੱਤਰਕਾਰ ਰਾਹੀਂ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਮੈਨੂੰ ਜਾਪਦਾ ਹੈ ਕਿ ਇਹ ਸਮੱਸਿਆ ਕੇਵਲ ਮੇਰੇ ਪਿਤਰੀ ਪਿੰਡ ਭੋਮਾ ਦੀ ਹੀ ਨਹੀਂ ਸਗੋਂ ਅਨੇਕਾਂ ਹੋਰ ਪਿੰਡਾਂ ਦੀ ਵੀ ਹੈ। ਇਹ ਗੱਲ ਯਾਦ ਰੱਖੋ, ਜਿਹੜੀ ਚੀਜ਼ ਅਸੀਂ ਅਖਬਾਰ 'ਚ ਲੋਕਾਂ ਸਾਹਮਣੇ ਲੈ ਕੇ ਆਉਣੀ ਆ ਜਾਂ ਸੰਬੰਧਿਤ ਅਧਿਕਾਰੀਆਂ ਸਾਹਮਣੇ ਲੈ ਕੇ ਆਉਣੀ ਆ, ਉਹਦਾ ਸੰਬੰਧ ਇਕੱਲਾ ਤੁਹਾਡੇ ਨਾਲ ਪਰਸਨਲ ਹੀ ਨਾ ਹੋਵੇ, ਉਹ ਸਮਾਜ ਨਾਲ ਵੀ ਜੁੜੀ ਹੋਈ ਹੋਵੇ। ਠੀਕ ਹੈ। ਹੁਣ ਅੱਗੋਂ ਕੀ ਹੈ, ਪੇਂਡੂ ਵਸੇਬੇ ਵਿੱਚ ਯੋਜਨਾਬੰਦੀ ਦੀ ਘਾਟ। ਅਸੀਂ ਪਿੰਡਾਂ 'ਚ ਰਹਿੰਦੇ ਹਾਂ ਅਤੇ ਉੱਥੇ ਯੋਜਨਾਬੰਦੀ ਨਹੀਂ ਹੁੰਦੀ, ਪਲੈਨਿੰਗ ਨਹੀਂ ਹੁੰਦੀ ਕੋਈ, ਤੁਸੀਂ ਨੋਟ ਕੀਤਾ ਹੋਣਾ। ਹੁਣ ਇਹਦੇ ਵਿੱਚ ਪੈਰੇ ਅੱਗੇ ਤੁਹਾਡੇ ਸਾਹਮਣੇ ਦਿੱਤੇ ਹੋਏ ਨੇ, ਮੈਂ ਸੰਖੇਪ ਦੇ ਵਿੱਚ ਦੱਸ ਦਿੰਦਾ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਗਲੀਆਂ ਅਤੇ ਸੜਕਾਂ ਦਾ ਪ੍ਰਬੰਧ ਜਿਹੜਾ ਹੈ ਉਹ ਸਹੀ ਨਹੀਂ ਹੁੰਦਾ। ਪਿੰਡ ਦੇ ਵਿੱਚ ਜਿਹੜੀਆਂ
ਪਿੰਡ ਦੀ ਜਿਹੜੀ ਫਿਰਨੀ ਆ ਉਹ ਤੋਂ ਸ਼ੁਰੂ ਕਰ ਲਓ ਤੁਸੀਂ। ਪਿੰਡ ਦੀਆਂ ਜਿਹੜੀਆਂ ਅੰਦਰ ਗਲੀਆਂ ਨੇ ਉਹਨਾਂ ਨੂੰ ਦੇਖ ਲਓ, ਨਾਲੀਆਂ ਨੂੰ ਦੇਖ ਲਓ। ਪਹਿਲੀ ਗੱਲ ਤਾਂ ਉਹਨਾਂ ਦਾ ਪ੍ਰਬੰਧ ਸਹੀ ਨਹੀਂ ਹੁੰਦਾ, ਉਹਨਾਂ ਦੀ ਉਚਾਣ ਅਤੇ ਨਿਵਾਣ, ਉੱਚਾ ਨੀਵਾਂਪਣ ਜਿਹੜਾ ਉਹ ਸਹੀ ਨਹੀਂ ਹੁੰਦਾ। ਇੱਟਾਂ ਉਖੜੀਆਂ ਹੁੰਦੀਆਂ ਨੇ ਅਤੇ ਮੁਰੰਮਤ ਨਹੀਂ ਹੁੰਦੀ ਕੋਈ। ਕਿਸੇ ਇੱਕ ਘਰੋਂ ਪਾਣੀ ਦੂਜੇ ਘਰ ਦੇ ਬੂਹੇ ਮੂਹਰੇ ਖੜ੍ਹ ਜਾਂਦਾ ਹੈ। ਕਿਸੇ ਇੱਕ ਆਪਣੇ ਪਿੰਡ ਦੇ ਹਿੱਸੇ ਦਾ ਪਾਣੀ ਦੂਜੇ ਹਿੱਸੇ ਦੇ ਵਿੱਚ ਛੱਪੜ ਦਾ ਰੂਪ ਧਾਰਨ ਕਰ ਲੈਂਦਾ, ਠੀਕ ਹੈ। ਉਸ ਤੋਂ ਬਾਅਦ ਜਦੋਂ ਕੋਈ ਟੈਲੀਫੋਨ ਵਿਭਾਗ ਵਾਲੇ ਆਉਂਦੇ ਆ ਜਾਂ ਜਿਹੜਾ ਵੀ ਵਿਭਾਗ ਕੋਈ ਕੰਮ ਕਰਨ ਆਉਂਦਾ, ਉਹ ਪਹਿਲੇ ਵਿਭਾਗ ਵੱਲੋਂ ਬਣਾਈ ਹੋਈ ਜਿਹੜੀ ਵੀ ਚੀਜ਼ ਹੈ ਉਹਨੂੰ ਪੱਟ ਦਿੰਦਾ ਅਤੇ ਮੁੜ ਕੇ ਉਹਦੀ ਰਿਪੇਅਰ ਨਹੀਂ ਹੁੰਦੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਦੇਖੀਆਂ ਅਤੇ ਅਖਬਾਰ ਸੰਪਾਦਕ ਨੂੰ ਪੱਤਰ ਲਿਖਿਆ ਕਿ ਤੁਸੀਂ ਇਹ ਲੋਕਾਂ ਸਾਹਮਣੇ ਲੈ ਕੇ ਆਓ, ਠੀਕ ਹੈ। ਫਿਰ ਉਹ ਕਹਿੰਦੇ ਆ ਕਿ ਵੀ ਪੁਲੀ ਵਗੈਰਾ ਨਹੀਂ ਹੁੰਦੀ, ਉਹਦੇ ਨਾਲ ਪਾਣੀ ਦਾ ਨਿਕਾਸ ਜਿਹੜਾ ਹੈ ਉਹ ਸਹੀ ਨਹੀਂ ਹੁੰਦਾ। ਪਿੰਡ ਦੇ ਚੁਫੇਰੇ ਥਾਂ ਥਾਂ, ਫਿਰ ਜਦੋਂ ਪਾਣੀ ਨੇ ਖੜ੍ਹਨਾ ਤਾਂ ਫਿਰ ਤੁਹਾਨੂੰ ਪਤਾ ਮੱਖੀ ਮੱਛਰ ਅਤੇ ਹੋਰ ਕਈ ਤਰ੍ਹਾਂ ਦੇ ਕੀਟ ਪਤੰਗੇ, ਉਹ ਤੋਂ ਬਾਅਦ ਫਿਰ ਨਵੀਂ ਤੋਂ ਨਵੀਂ ਤਰ੍ਹਾਂ ਦੀਆਂ ਬਿਮਾਰੀਆਂ। ਇਹਨਾਂ ਦਾ ਜ਼ਿਕਰ ਅਸੀਂ ਕਰਾਂਗੇ। ਮੈਂ ਸਮਝਦਾ ਹਾਂ ਕਿ ਇਸ ਸਮੱਸਿਆ ਦਾ ਕਾਰਨ ਪੁਰਾਣੇ ਢਾਂਚਿਆਂ ਵਿੱਚ ਨਵੀਆਂ ਤਬਦੀਲੀਆਂ ਦਾ ਨਾ ਸਮਾ ਸਕਣਾ ਹੈ। ਵੀ ਜਿਹੜਾ ਹੁਣ ਨਵੀਂ ਪਲੈਨਿੰਗ ਅਸੀਂ ਕਰ ਰਹੇ ਹਾਂ ਪਿੰਡਾਂ ਸ਼ਹਿਰਾਂ ਦੀ, ਉਹ ਪੁਰਾਣੇ ਢਾਂਚਿਆਂ 'ਚ ਕਰ ਰਹੇ ਹਾਂ ਅਤੇ ਉਹ 'ਚ ਸੈੱਟ ਨਹੀਂ ਆ ਰਹੀ, ਹੈ ਨਾ। ਸ਼੍ਰੀਮਾਨ ਜੀ, ਉਪਰੋਕਤ ਵੇਰਵੇ ਦੇਣ ਤੋਂ ਮੇਰਾ ਭਾਵ ਇਹ ਹੈ ਕਿ ਪਿੰਡਾਂ ਵਿੱਚ ਮਕਾਨਾਂ ਦੀ ਉਸਾਰੀ, ਗਲੀਆਂ ਅਤੇ ਸੜਕਾਂ ਦੇ ਨਿਰਮਾਣ ਅਤੇ ਹੋਰ ਸਾਂਝੀਆਂ ਸਹੂਲਤਾਂ ਦੇਣ ਲਈ ਵਿਸਥਾਰਪੂਰਵਕ ਯੋਜਨਾ ਜਿਹੜੀ ਹੈ ਬਣਾਉਣੀ ਚਾਹੀਦੀ ਹੈ। ਪਲੈਨਿੰਗ ਨਾਲ ਸਾਰਾ ਕੰਮ ਕੀਤਾ ਜਾਵੇ, ਮਾਹਰ ਇੰਜੀਨੀਅਰ ਹੋਣ, ਨੇਕ ਨੀਤੀ ਵਾਲੇ ਬੰਦੇ ਲਾਏ ਜਾਣ, ਠੀਕ ਹੈ ਜੀ। ਉਮੀਦ ਕੀਤੀ ਜਾਂਦੀ ਹੈ ਕਿ ਪਾਠਕ ਜਾਂ ਸੰਬੰਧਿਤ ਸਰਕਾਰੀ ਵਿਭਾਗ ਉਪਰੋਕਤ ਭਾਂਤ ਦੀਆਂ ਔਰ ਉਪਰੋਕਤ ਕਿਸਮ ਦੀਆਂ ਜਾਂ ਉੱਪਰ ਦੱਸੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭਣਗੇ। ਧੰਨਵਾਦ ਸਾਹਿਬ, ਤੁਹਾਡਾ ਵਿਸ਼ਵਾਸ ਪੱਤਰ। ਅੱਗੇ ਨਾਮ ਆ ਗਿਆ ਅਤੇ ਅੱਗੇ ਉਸ ਦਾ ਪਤਾ ਆ ਗਿਆ, ਖੱਬੇ ਹੱਥ ਮਿਤੀ ਆ ਗਈ, ਠੀਕ ਹੈ। ਉਸ ਤੋਂ ਬਾਅਦ ਚੌਥਾ ਜਿਹੜਾ ਹੜ੍ਹਾਂ ਦੇ ਨੁਕਸਾਨ ਬਾਰੇ ਹੈ ਜੀ, ਤੀਜਾ ਪੱਤਰ ਹੈ ਤੁਹਾਡਾ। ਉਸ ਤੋਂ ਬਾਅਦ ਤੀਜਾ ਪੱਤਰ ਤੁਹਾਡਾ ਹੈ ਹੜ੍ਹਾਂ ਦੇ ਵਿੱਚ ਹੋਏ ਨੁਕਸਾਨ ਦੇ ਸੰਬੰਧ ਵਿੱਚ। ਸੇਵਾ ਵਿਖੇ ਸੰਪਾਦਕ ਜੀ, ਰੋਜ਼ਾਨਾ ਅਜੀਤ ਜਲੰਧਰ। ਹੁਣ ਦੇਖੋ, ਅਕਾਲੀ ਪੱਤਰਕਾਰ ਜਲੰਧਰ, ਅਜੀਤ ਜਲੰਧਰ, ਠੀਕ ਹੈ। ਸੋ ਪਤਾ ਲੱਗੇ ਕਿ ਅਖਬਾਰ ਕਿਹੜਾ ਅਤੇ ਨਿਕਲਦਾ ਕਿੱਥੋਂ ਹੈ। ਵਿਸ਼ਾ ਜ਼ਰੂਰ ਲਿਖਣਾ ਹੈ। ਵਿਸ਼ਾ ਹੈ ਕਿ ਹੜ੍ਹਾਂ ਵਿੱਚ ਹੋਏ ਨੁਕਸਾਨ ਬਾਰੇ ਸ਼੍ਰੀਮਾਨ ਜੀ, ਸੰਬੋਧਨੀ ਸ਼ਬਦ ਹੈ ਉੱਪਰ ਸੇਵਾ ਵਿਖੇ ਸੰਪਾਦਕ ਨੂੰ। ਉਸ ਤੋਂ ਬਾਅਦ ਸ਼੍ਰੀਮਾਨ ਜੀ, ਸੰਬੋਧਨੀ ਸ਼ਬਦ। ਆਪ ਜੀ ਦੇ ਅਖਬਾਰ ਰਾਹੀਂ ਮੈਂ ਆਪਣੇ ਪਿੰਡ ਉੱਪਰ ਭਾਰੀ ਹੜ੍ਹਾਂ ਕਾਰਨ ਪਈ ਅਚਾਨਕ ਵਿਪਤਾ ਬਾਰੇ ਸਰਕਾਰ ਅਤੇ ਹੋਰ ਸਮਾਜ ਸੇਵੀ, ਸਮਾਜ ਦੀ ਸੇਵਾ ਕਰਨ ਵਾਲੀ ਜਥੇਬੰਦੀਆਂ ਨੂੰ ਦੱਸਣਾ ਚਾਹੁੰਦਾ ਹਾਂ। ਫਿਰ ਅੱਗੇ ਪਿੰਡ ਦਾ ਨਾਂ ਆ ਗਿਆ, ਤਹਿਸੀਲ ਆ ਗਈ, ਉਹਦਾ ਪਤਾ ਆ ਗਿਆ, ਕਿੱਥੇ ਸਥਿਤ ਹੈ ਉਹ ਆ ਗਿਆ। ਜਦੋਂ ਪਿੱਛੇ ਜੇ ਹੜ੍ਹ ਆਏ ਨੇ ਅਤੇ ਉਹਨਾਂ ਹੜ੍ਹਾਂ ਦੇ ਵਿੱਚ ਕਿਸ ਥਾਂ ਤੋਂ ਪਾਣੀ ਜਿਹੜਾ ਆਇਆ, ਕਿਵੇਂ ਉਹਨੇ ਢਾਹ ਲਾਈ, ਕੀ ਪਾਣੀ ਨੇ ਨੁਕਸਾਨ ਕੀਤੇ। ਅਤੇ ਉਹਦੇ ਤੋਂ ਬਾਅਦ ਫਿਰ ਅਗਲੀ ਗੱਲ ਆ ਜਾਂਦੀ ਹੈਗੀ ਹੈ ਕਿ ਪਾਣੀ ਦੇ ਜਿਹੜੇ ਨੁਕਸਾਨ ਹੋਏ ਨੇ ਉਹਨਾਂ ਦੇ ਵਿੱਚ ਇੱਕ ਤਾਂ ਲੋਕਾਂ ਦੇ ਜਿਹੜਾ ਜਾਨ ਮਾਲ ਦਾ ਨੁਕਸਾਨ, ਲੋਕਾਂ ਦੇ ਜਿਹੜੇ ਮਾਲ ਡੰਗਰ ਰੱਖੇ ਉਹਨਾਂ ਦਾ ਨੁਕਸਾਨ, ਫਸਲਾਂ ਦਾ ਨੁਕਸਾਨ, ਅਤੇ ਉਸ ਤੋਂ ਬਾਅਦ ਫਿਰ ਪਾਣੀ ਦੇ ਖੜ੍ਹਨ ਕਰਕੇ ਫੈਲਣ ਵਾਲੀਆਂ ਬਿਮਾਰੀਆਂ, ਫਿਰ ਮੁੜ ਮੁਸੀਬਾ, ਕਿਵੇਂ ਦੁਬਾਰਾ ਤੋਂ ਲੋਕਾਂ ਨੂੰ ਘਰਾਂ 'ਚ ਲੈ ਕੇ ਆਉਣਾ ਅਤੇ ਅੱਗੋਂ ਤੋਂ ਇਹ ਸਮੱਸਿਆਵਾਂ ਨਾ ਆਉਣ। ਇਹਨਾਂ ਸਾਰਿਆਂ ਦਾ ਜ਼ਿਕਰ ਤੁਸੀਂ ਦੇਖ ਰਹੇ ਹੋ। ਅਤੇ ਨਾਲ ਦੀ ਨਾਲ ਜਿਹੜਾ ਹੜ੍ਹਾਂ ਦਾ ਨੁਕਸਾਨ ਹੋਇਆ ਉਹਦੇ ਸੰਬੰਧ ਵਿੱਚ ਕੀ ਮੁਆਵਜ਼ਾ ਮਿਲਣਾ ਚਾਹੀਦਾ, ਕਿਹੜੀਆਂ ਸਿਹਤ ਸਹੂਲਤਾਂ ਚਾਹੀਦੀਆਂ ਨੇ, ਇਹ ਸਾਰਾ ਜ਼ਿਕਰ ਤੁਸੀਂ ਆਪਣੀ ਸਕਰੀਨ ਨੂੰ ਰੋਕ ਕੇ ਚੰਗੀ ਤਰ੍ਹਾਂ ਇਸ ਚਿੱਠੀ ਨੂੰ ਪੜ੍ਹ ਲਓ। ਨਦੀ ਦੇ ਕੰਢੇ ਉੱਚੇ ਕਰਨ ਲਈ ਪਿੰਡ ਦੇ ਲੋਕਾਂ ਅਤੇ ਧਾਰਮਿਕ ਸੰਸਥਾਵਾਂ ਦੀ ਕਾਰ ਸੇਵਾ ਕਰਾਉਣ ਵਾਲੇ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹ ਮਨੁੱਖਤਾ ਦੀ ਸੱਚੀ ਸੇਵਾ ਹੋਵੇਗੀ। ਧੰਨਵਾਦ ਸਾਹਿਤ, ਆਪ ਦਾ ਸ਼ੁਭ ਚਿੰਤਕ, ਨਾਮ, ਪਤਾ ਅਤੇ ਖੱਬੇ ਹੱਥ ਤਰੀਕ, ਠੀਕ ਹੈ ਜੀ। ਇਹ ਹੁਣ ਤੁਹਾਡੀ ਤੀਜਾ ਪੱਤਰ ਜਿਹੜਾ ਸੀ ਉਹ ਹੋ ਗਿਆ। ਤੁਸੀਂ ਇਹਨੂੰ ਦੇਖ ਸਕਦੇ ਹੋ, ਪੜ੍ਹ ਸਕਦੇ ਹੋ, ਅਭਿਆਸ ਕਰ ਸਕਦੇ ਹੋ। ਤੁਹਾਡਾ ਚੌਥਾ ਪੱਤਰ ਜਿਹੜਾ ਹੈ ਉਹ ਹੈ ਸੇਵਾ ਵਿਖੇ ਸੰਪਾਦਕ ਜੀ, ਰੋਜ਼ਾਨਾ ਦੇਸ਼ ਸੇਵਕ, ਚੰਡੀਗੜ੍ਹ। ਵਿਸ਼ਾ ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ, ਲੱਚਰ ਗੀਤਾਂ ਦੀ ਸਮੱਸਿਆ ਬਾਰੇ। ਸ਼੍ਰੀਮਾਨ ਜੀ, ਹੁਣ ਇੱਥੇ ਤੁਸੀਂ ਦੇਖੋ, ਰੋਜ਼ਾਨਾ ਦੇਸ਼ ਸੇਵਕ ਆ ਗਿਆ ਅਤੇ ਨਾਲ ਹੀ ਸ਼ਹਿਰ ਚੰਡੀਗੜ੍ਹ ਹੋ ਗਿਆ। ਜੇ ਪੰਜਾਬੀ ਟ੍ਰਿਬਿਊਨ ਹੁੰਦਾ ਫਿਰ ਵੀ ਸ਼ਹਿਰ ਚੰਡੀਗੜ੍ਹ ਹੀ ਹੋਣਾ ਸੀ। ਇਹਦੇ ਨਾਲ ਤੁਹਾਡੀ ਜਾਣਕਾਰੀ ਵਿੱਚ, ਤੁਹਾਡੀ ਜੀਕੇ ਵਿੱਚ, ਤੁਹਾਡੇ ਆਮ ਗਿਆਨ 'ਚ ਵੀ ਵਾਧਾ ਹੋ ਰਿਹਾ ਕਿ ਪੰਜਾਬੀ ਦੇ ਅਖਬਾਰਾਂ ਦੇ ਨਾਂ ਤੁਸੀਂ ਸਿੱਖ ਰਹੇ ਹੋ ਅਤੇ ਨਾਲ ਉਹ ਅਖਬਾਰ ਨਿਕਲਦੇ ਕਿੱਥੋਂ ਇਹ ਸਿੱਖ ਰਹੇ ਹੋ, ਠੀਕ ਹੈ ਜੀ। ਬੇਨਤੀ ਹੈ ਕਿ ਮੈਂ ਤੁਹਾਡੇ ਅਖਬਾਰ ਦੇ ਕਾਲਮਾਂ ਰਾਹੀਂ ਉਪਰੋਕਤ ਸਮੱਸਿਆ, ਭਾਵ ਜਿਹੜੀ ਉੱਪਰ ਦੱਸੀ ਸਮੱਸਿਆ ਹੈ, ਉਹਦੇ ਬਾਰੇ ਕੁਝ ਗੱਲਾਂ ਪਾਠਕਾਂ ਨਾਲ, ਪੜ੍ਹਨ ਵਾਲਿਆਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਮੈਂ ਇਹ ਵੀ ਚਾਹੁੰਦਾ ਹਾਂ ਕਿ ਇਸ ਵਿਸ਼ੇ 'ਤੇ ਕੁਝ ਚਰਚਾ ਛਿੜੇ ਅਤੇ ਇੱਕ ਲੋਕ ਰਾਏ ਬਣ ਸਕੇ। ਹੁਣ ਦੇਖੋ, ਇਹਦੇ 'ਚ ਤੁਸੀਂ ਕੀ ਜ਼ਿਕਰ ਕਰ ਸਕਦੇ ਹੋ ਵੀ ਤੁਸੀਂ ਬੱਸ 'ਚ ਕਿਤੇ ਗਏ ਹੋ, ਪਰਿਵਾਰ ਦੇ ਨਾਲ ਹੋ
ਤੇ ਬੱਸਾਂ ਦੇ ਵਿੱਚ ਜਿਹੜੀਆਂ ਵੀਡੀਓ ਕੋਚਿਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਲੱਚਰ ਫਿਲਮਾਂਕਣ ਜਾਂ ਲੱਚਰ ਗੀਤ, ਘਟੀਆ ਸ਼ਬਦਾਵਲੀ ਵਾਲੇ ਗੀਤ ਜਿਹੜੇ ਆ ਉਹ ਲੱਗੇ ਹੁੰਦੇ ਨੇ। ਡਰਾਈਵਰ ਤੇ ਕੰਡਕਟਰ ਨੂੰ ਜੇ ਅਸੀਂ ਉਹਦੀ ਸ਼ਿਕਾਇਤ ਵੀ ਕਰੀਏ ਤਾਂ ਉਹ ਸੁਣਦੇ ਨਹੀਂ। ਇਸੇ ਤਰ੍ਹਾਂ ਦਾ ਕੋਈ ਨਿੱਜੀ ਜਾਂ ਪਰਸਨਲ ਐਕਸਪੀਰੀਅੰਸ, ਨਿੱਜੀ ਅਨੁਭਵ ਤੁਹਾਡੇ ਨਾਲ ਹੋਇਆ ਜਾਂ ਇਸ ਲਿਖਣ ਵਾਲੇ ਨਾਲ ਹੋਇਆ ਤਾਂ ਉਹ ਉਹਨੇ ਆਪਣੀ ਸਮੱਸਿਆ ਜਿਹੜੀ ਹੈਗੀ ਆ ਉਹ ਸਾਂਝੀ ਕੀਤੀ ਆ, ਲੋਕਾਂ ਦੀ ਕਚਹਿਰੀ ਵਿੱਚ ਰੱਖੀ ਆ। ਠੀਕ ਹੈ, ਉਹਨੇ ਦੱਸਿਆ ਕਿ ਆਵਾਜ਼ ਪ੍ਰਦੂਸ਼ਣ ਹੈ। ਇੱਕ ਤਾਂ ਕੰਨਾਂ 'ਤੇ ਬੁਰਾ ਅਸਰ ਪੈਂਦਾ, ਫਿਰ ਚਰਿੱਤਰ 'ਤੇ ਬੁਰਾ ਅਸਰ ਪੈਂਦਾ, ਫਿਰ ਘਰ ਪਰਿਵਾਰ ਦੇ ਨਾਲ ਅਸੀਂ ਉਹ ਗੀਤ ਦੇਖ ਨਹੀਂ ਸਕਦੇ। ਠੀਕ ਹੈ, ਫਿਰ ਧੀਆਂ ਭੈਣਾਂ ਜਿਹੜੀਆਂ ਬੱਸਾਂ 'ਚ ਬੈਠੀਆਂ ਹੁੰਦੀਆਂ ਲੜਕੀਆਂ, ਉਹਨਾਂ ਨੂੰ ਸ਼ਰਮਸਾਰ ਹੋਣਾ ਪੈਂਦਾ, ਬਜ਼ੁਰਗਾਂ ਨੂੰ ਸ਼ਰਮਸਾਰ ਹੋਣਾ ਪੈਂਦਾ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਉਹਨਾਂ ਨੇ ਕੀਤਾ। ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇੱਕ ਤਾਂ ਲੋਕ ਵੀ ਨੇ ਜਿਹੜੇ ਆਵਾਜ਼ ਨਹੀਂ ਉਠਾਉਂਦੇ, ਦੂਜੇ ਨੰਬਰ ਦੇ ਉੱਤੇ ਵੱਖ-ਵੱਖ ਗੀਤਕਾਰ, ਫਿਰ ਗਾਉਣ ਵਾਲੇ, ਫਿਰ ਵੀਡੀਓ ਫਿਲਮਾਂਕਣ ਬਣਾਉਣ ਵਾਲੇ, ਫਿਰ ਕੰਪਨੀਆਂ ਜਿਹੜੀਆਂ ਸੀਡੀਜ਼ ਨੂੰ ਲਾਂਚ ਕਰਦੀਆਂ। ਇਹ ਸਾਰੇ ਕਾਸੇ ਦੀ ਸਮੱਸਿਆ ਉਹਨੇ ਜਨਤਾ ਦੀ ਕਚਹਿਰੀ ਵਿੱਚ ਰੱਖੀ ਹੈ। ਅਤੇ ਅੰਤ ਵਿੱਚ ਕੀ ਕਿਹਾ ਕਿ ਇਹ ਲੋਕ ਦੇਸ਼ ਧਰੋਹੀ, ਕੌਮ ਧਰੋਹੀ, ਲੋਕ ਧਰੋਹੀ ਲੋਕ ਕਿਹਾ ਇਹਨਾਂ ਨੂੰ। ਇਹਨਾਂ ਦੀਆਂ ਮੰਦ ਭਾਵਨਾਵਾਂ ਸਾਰੇ ਲੋਕਾਂ ਨੂੰ ਸਾਨੂੰ ਸੁਚੇਤ ਹੋਣਾ ਚਾਹੀਦਾ। ਅਤੇ ਇਹ ਪੱਤਰ ਅਖਬਾਰ ਦੇ ਵਿੱਚ ਛਪੇ ਅਤੇ ਲੋਕ ਇਹਦੇ ਬਾਰੇ ਆਪਣੀ ਰਾਏ ਦੇਣ, ਲੋਕਾਂ ਦੀ ਰਾਏ ਕਾਇਮ ਕੀਤੀ ਜਾਵੇ ਤਾਂ ਕਿ ਇਹਨਾਂ 'ਤੇ ਠੱਲ ਪਾਈ ਜਾ ਸਕੇ। ਉਸ ਤੋਂ ਬਾਅਦ ਧੰਨਵਾਦ ਸਹਿਤ ਆਪ ਦਾ ਸ਼ੁਭ ਚਿੰਤਕ, ਅੱਗੇ ਨਾਮ, ਪਤਾ ਅਤੇ ਫਿਰ ਖੱਬੇ ਹੱਥ ਮਿਤੀ ਲਿਖੀ ਹੋਈ ਹੈ। ਸੋ ਮੈਨੂੰ ਉਮੀਦ ਹੈ ਕਿ ਇਹਦੇ ਤੋਂ ਵੀ ਤੁਸੀਂ ਸਿੱਖ ਲਿਆ ਹੋਏਗਾ। ਸਕਰੀਨ ਨੂੰ ਤੁਸੀਂ ਸਲੋ ਕਰਕੇ ਧਿਆਨ ਨਾਲ ਇਹਨੂੰ ਦੇਖ ਸਕਦੇ ਹੋ। ਪੰਜਵਾਂ ਜਿਹੜਾ ਤੁਹਾਡਾ ਕਾਰ ਵਿਹਾਰ ਆਪਣੇ ਅਖਬਾਰ ਸੰਪਾਦਕ ਦਾ ਪੱਤਰ ਹੈ ਉਹ ਹੈ ਸੇਵਾ ਵਿਖੇ ਸੰਪਾਦਕ ਜੀ ਰੋਜ਼ਾਨਾ ਨਵਾਂ ਜ਼ਮਾਨਾ ਜਲੰਧਰ। ਹੁਣ ਨਵਾਂ ਜ਼ਮਾਨਾ ਅਖਬਾਰ ਦਾ ਨਾਂ ਤੁਹਾਨੂੰ ਪਤਾ ਲੱਗ ਗਿਆ, ਜਲੰਧਰ 'ਚੋਂ ਨਿਕਲਦਾ ਇਹ ਪਤਾ ਲੱਗ ਗਿਆ। ਨੋਟਿਸ ਬੋਰਡਾਂ ਉੱਤੇ ਇਸ਼ਤਿਹਾਰ ਲਗਾਉਣ ਬਾਰੇ ਤੁਸੀਂ ਲਿਖਿਆ ਨਾ, ਕਈ ਥਾਵਾਂ ਕੰਧਾਂ 'ਤੇ ਲਿਖਿਆ ਇੱਥੇ ਇਸ਼ਤਿਹਾਰ ਲਾਉਣਾ ਸਖਤ ਮਨਾ ਹੈ। ਸੋ ਇਹ ਨੋਟਿਸ ਬੋਰਡਾਂ ਉੱਤੇ ਇਸ਼ਤਿਹਾਰ ਲਾਉਣ ਬਾਰੇ ਹੈ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਇਸ ਪੱਤਰ ਰਾਹੀਂ ਇੱਕ ਨਵੀਂ ਸਮੱਸਿਆ ਤੁਹਾਡੇ ਅਖਬਾਰ ਦੇ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਪਿਛਲੇ ਦਿਨੀ ਮੈਂ ਕਪੂਰਥਲਾ ਸ਼ਹਿਰ ਵਿੱਚ ਗਿਆ, ਮੈਂ ਵੇਖਿਆ ਹਰ ਸੜਕ ਉੱਤੇ ਕਈ ਥਾਵਾਂ ਉੱਤੇ ਨੋਟਿਸ ਬੋਰਡ ਜਿਹੜੇ ਹੈ ਉਹਨਾਂ ਦੇ ਉੱਪਰ ਬੋਰਡ ਲੱਗੇ ਹੋਏ ਸਨ। ਇਹਨਾਂ ਉੱਤੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ, ਮਕਾਨਾਂ ਦੇ ਨੰਬਰ, ਵਿਦਿਅਕ ਸੰਸਥਾਵਾਂ, ਸਿਹਤ ਕੇਂਦਰਾਂ ਆਦਿ ਬਾਰੇ ਜਾਣਕਾਰੀ ਦਿੱਤੀ ਸੀ। ਹੁਣ ਦੇਖੋ, ਜਿਹੜੇ ਕੋਈ ਸਾਈਨ ਬੋਰਡ ਹੈ, ਕੋਈ ਇੰਪੋਰਟੈਂਟ ਨੰਬਰ ਨੇ, ਕੋਈ ਇੰਪੋਰਟੈਂਟ ਨੋਟਿਸ ਨੇ, ਉਹਨਾਂ ਦੇ ਉੱਤੇ ਲੋਕ ਆਪਣੀਆਂ ਐਡਸ ਲਾ ਦਿੰਦੇ ਨੇ, ਉਹਨਾਂ 'ਤੇ ਬੋਰਡ ਲਾ ਦਿੰਦੇ ਨੇ, ਉਹਨਾਂ 'ਤੇ ਬੜਾ ਕੁਝ ਚਿਪਕਾ ਦਿੰਦੇ ਨੇ, ਜਿਹਦੇ ਨਾਲ ਕੀ ਹੁੰਦਾ, ਜਿਹੜੇ ਕੰਮ ਲਈ ਉਹ ਬੋਰਡ ਪਹਿਲਾਂ ਲਾਏ ਗਏ ਸੀ ਉਹ ਢਕੇ ਜਾਂਦੇ ਨੇ, ਜਾਣਕਾਰੀ ਤੋਂ ਲੋਕ ਸੱਖਣੇ ਰਹਿ ਜਾਂਦੇ ਨੇ। ਹੁਣ ਇਸ ਤਸਵੀਰ ਦਾ ਦੂਜਾ ਪੱਖ ਵੇਖੋ, ਇਹਨਾਂ ਬੋਰਡਾਂ ਉੱਤੇ ਕੁਝ ਲੋਕਾਂ ਵੱਲੋਂ ਭਿੰਨ-ਭਿੰਨ ਕਿਸਮ ਦੇ ਇਸ਼ਤਿਹਾਰ ਲਾ ਦਿੱਤੇ ਜਾਂਦੇ। ਨਤੀਜੇ ਵਜੋਂ ਬੋਰਡ ਉੱਤੇ ਲਿਖੀ ਜਾਣਕਾਰੀ ਚਿਪਕਾਏ ਗਏ ਇਸ਼ਤਿਹਾਰਾਂ ਦੇ ਹੇਠਾਂ ਲੁਕ ਜਾਂਦੀ ਹੈ। ਆਪਣੇ ਕਾਰੋਬਾਰ ਸੰਬੰਧੀ ਜਾਂ ਕਿਸੇ ਸਮਾਗਮ ਸੰਬੰਧੀ ਛੋਟੇ-ਛੋਟੇ ਇਸ਼ਤਿਹਾਰ ਦੇਖੋ, ਕਿਸੇ ਨੇ ਕਬੱਡੀ ਕੱਪ ਕਰਾਉਣਾ, ਕਿਸੇ ਨੇ ਕੋਈ ਲੰਗਰ ਲਾਉਣਾ, ਠੀਕ ਹੈ, ਚੰਗੇ ਕੰਮ ਹੋਣਗੇ, ਲੇਕਿਨ ਕਿਸੇ ਨੋਟਿਸ ਬੋਰਡ ਦੇ ਉੱਤੇ ਜੇ ਅਸੀਂ ਇਹਨਾਂ ਨੂੰ ਚਿਪਕਾ ਦਈਏ ਤਾਂ ਜਿਹੜਾ ਨੋਟਿਸ ਬੋਰਡ ਜਿਸ ਪਰਪਸ ਲਈ ਬਣਿਆ ਸੀ ਉਹ ਤਾਂ ਕੰਮ ਵਿੱਚ ਹੀ ਰਹਿ ਗਿਆ ਨਾ। ਸੋ ਇਸ ਚੀਜ਼ ਤੋਂ ਜਾਗਰੂਕ ਕੀਤਾ ਗਿਆ ਵੀ ਠੀਕ ਆ, ਆਪਦੇ ਇਸ਼ਤਿਹਾਰ ਤੁਸੀਂ ਲਾਓ, ਲੇਕਿਨ ਉਹਨਾਂ ਥਾਵਾਂ 'ਤੇ ਨਾ ਲਾਓ ਜੋ ਲੋਕਾਂ ਦੇ ਲਈ ਬਣੀਆਂ ਨੇ, ਇਹਨਾਂ ਕੰਮਾਂ ਲਈ ਬਣੀਆਂ ਨੇ। ਕਈ ਵਾਰੀ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਇਸ਼ਤਿਹਾਰ ਚਿਪਕਾਉਣ ਵਾਲੇ ਨੋਟਿਸ ਬੋਰਡਾਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਹੋਣ। ਇਹ ਪਬਲਿਕ ਪ੍ਰਾਪਰਟੀ ਹੈ, ਪਬਲਿਕ ਪ੍ਰਾਪਰਟੀ ਨੂੰ ਅਸੀਂ ਇਉਂ ਨਹੀਂ ਵਰਤ ਸਕਦੇ। ਮੇਰਾ ਸੁਝਾਅ ਹੈ ਕਿ ਇਸ ਤਰ੍ਹਾਂ ਇਸ਼ਤਿਹਾਰ ਚਿਪਕਾਉਣ ਵਾਲਿਆਂ ਵੱਲੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿਹੜੀ ਧਿਰ ਵੱਲੋਂ ਇਸ਼ਤਿਹਾਰ ਲਾਇਆ ਹੋਵੇ ਉਸ ਨੂੰ ਇੱਕ ਵਾਰੀ ਤਾੜਨਾ ਕੀਤੀ ਜਾਵੇ, ਚੇਤਾਵਨੀ ਦਿੱਤੀ ਜਾਵੇ ਅਤੇ ਉਸ ਤੋਂ ਨੋਟਿਸ ਬੋਰਡ ਨੂੰ ਮੁੜ ਸਾਫ਼ ਕਰਨ ਦਾ ਖਰਚਾ ਵੀ ਵਸੂਲਿਆ ਜਾਵੇ। ਧੰਨਵਾਦ ਸਹਿਤ ਅੱਗੋਂ ਆਪ ਦਾ ਵਿਸ਼ਵਾਸ ਪਾਤਰ ਲਿਖ ਕੇ, ਪਤਾ ਲਿਖ ਕੇ, ਖੱਬੇ ਹੱਥ ਮਿਤੀ ਲਿਖ ਦਿੱਤੀ ਗਈ ਹੈ। ਅਗਲਾ ਪੱਤਰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਨਿੱਜੀ ਤਰ੍ਹਾਂ ਦਾ ਹੈਗਾ, ਅਤੇ ਪਰ ਹਾਂ ਨਿੱਜ ਨਾਲ ਜੁੜੀ ਗੱਲ ਇਹ ਹੈ ਕਿ ਜਿਹੜੀ ਲੋਕਾਂ ਦੇ ਵਿੱਚ ਚੰਗਿਆਈ ਨੂੰ ਫੈਲਾ ਸਕੇ। ਸੇਵਾ ਵਿਖੇ ਸੰਪਾਦਕ ਜੀ ਰੋਜ਼ਾਨਾ ਅੱਜ ਦੀ ਆਵਾਜ਼, ਫਿਰ ਅਖਬਾਰ ਨਵਾਂ ਜਲੰਧਰ 'ਚੋਂ ਨਿਕਲਦਾ। ਇਮਾਨਦਾਰੀ ਦੀ ਅਨੋਖੀ ਮਿਸਾਲ ਵਿਸ਼ਾ ਸ਼੍ਰੀਮਾਨ ਜੀ ਸੰਬੋਧਨੀ ਸ਼ਬਦ ਹੈ। ਫਿਰ ਉਹ ਦੱਸਦਾ ਕਿ ਮੈਂ ਆਪਣੀ ਨਿੱਜੀ ਯਾਦ, ਜਿਹੜੀ ਨਿੱਜੀ ਘਟਨਾ ਮੇਰੇ ਨਾਲ ਵਾਪਰੀ ਹੈ, ਉਹ ਚਿੱਠੀ ਤੁਹਾਡੇ ਅਖਬਾਰ ਵਿੱਚ ਪਾ ਕੇ ਇਮਾਨਦਾਰੀ ਦੀ ਗੱਲ ਜਿਹੜੀ ਹੈ ਉਹ ਅੱਗੇ ਲੈ ਕੇ ਆਉਣਾ ਚਾਹੁੰਦਾ ਹਾਂ ਅਤੇ ਉਤਸ਼ਾਹ ਕਰਨਾ ਚਾਹੁੰਦਾ। ਉਸ ਤੋਂ ਬਾਅਦ ਫਿਰ ਤੁਸੀਂ ਇਹ 'ਚ ਕੁਛ ਵੀ ਲਿਖ ਸਕਦੇ ਹੋ ਵੀ ਮੈਂ ਇੱਥੋਂ ਦੇ ਤੱਕ ਸਫ਼ਰ ਕਰਦਾ ਸੀ, ਮੇਰਾ ਕੋਈ ਅਟੈਚੀ ਕੇਸ ਜਾਂ ਮੇਰਾ ਅਟੈਚੀ ਕੇਸ ਤੋਂ ਇਲਾਵਾ ਮੇਰਾ ਕੋਈ ਪਰਸ ਡਿੱਗ ਪਿਆ, ਬਟੂਆ ਡਿੱਗ ਪਿਆ, ਜਾਂ ਕੋਈ ਗਹਿਣਾ ਡਿੱਗ ਪਿਆ, ਜਾਂ ਕੋਈ ਵੀ ਚੀਜ਼ ਡਿੱਗ ਪਈ ਅਤੇ ਮੁੜ ਕੇ ਉਹਦੇ ਸੰਬੰਧ ਵਿੱਚ ਕਿਹਨੇ ਤੁਹਾਨੂੰ ਕਾਲ ਕੀਤੀ, ਕਿਵੇਂ ਇੱਕ ਬੰਦੇ ਨੇ ਇਮਾਨਦਾਰੀ ਦਿਖਾਉਂਦੇ ਹੋ ਤੁਹਾਨੂੰ ਵਾਪਸ ਕਰ ਦਿੱਤੀ ਅਤੇ ਤੁਹਾਡੇ ਕੋਲ ਉਹ ਚੀਜ਼ ਪਹੁੰਚ ਗਈ ਅਤੇ ਤੁਸੀਂ ਮੰਨਦੇ ਹੋ ਕਿ ਭਾਵੇਂ ਦੁਨੀਆ 'ਤੇ ਬਹੁਤ ਕੁਝ ਘਟੀਆ ਹੋਣ ਲੱਗ ਪਿਆ ਪਰ ਇਮਾਨਦਾਰੀ ਅਜੇ ਜ਼ਿੰਦਾ ਹੈ। ਇਹ ਸਾਰਾ ਕੁਝ ਲਿਖਣ ਤੋਂ ਬਾਅਦ ਤੁਸੀਂ
ਇਸ ਮਿਸਾਲ ਬਾਰੇ ਗੱਲ ਕਰੋਗੇ ਅਤੇ ਗੱਲ ਕਰਨ ਤੋਂ ਬਾਅਦ ਫਿਰ ਥੱਲੇ ਤੁਸੀਂ ਲਿਖੋਗੇ ਮੈਨੂੰ ਜੋ ਤੁਹਾਨੂੰ ਫੀਲ ਹੋਇਆ ਉਸ ਸਮੇਂ ਉਹਦੀ ਗੱਲ ਕਰੋਗੇ। ਠੀਕ ਹੈ, ਜੋ ਕਿਸੇ ਨੇ ਤੁਹਾਡੇ ਨਾਲ ਇਮਾਨਦਾਰੀ ਦਿਖਾਈ ਹੈ ਉਹਦਾ ਜ਼ਿਕਰ ਕਰਨ ਤੋਂ ਬਾਅਦ ਤੁਸੀਂ ਆ ਦੇਖੋ ਸਕਰੀਨ 'ਤੇ ਲਿਖਿਆ, ਪੜ੍ਹ ਲਓ ਸਾਰਾ। ਕੋਈ ਵੀ ਤੁਸੀਂ ਆਪਣੀ ਪਰਸਨਲ ਘਟਨਾ ਵੀ ਲਿਖ ਸਕਦੇ ਹੋ ਇਹਦੇ ਵਿੱਚ। ਠੀਕ ਹੈ, ਧੰਨਵਾਦ ਸਾਹਿਤ, ਪਰ ਹੋਵੇ ਇਮਾਨਦਾਰੀ ਨਾਲ ਸੰਬੰਧਿਤ। ਧੰਨਵਾਦ ਸਾਹਿਤ ਤੁਹਾਡੀ ਸ਼ੁਭ ਚਿੰਤਕ ਕਿਰਨਜੀਤ। ਬਾਕੀ ਜੋ ਵੀ ਤੁਹਾਡਾ ਪਿੰਡ ਸ਼ਹਿਰ ਹੈ ਇਸ 'ਤੇ ਸੱਜੇ ਹੱਥ ਤਰੀਕ ਆ ਜਾਵੇਗੀ। ਉਸ ਤੋਂ ਬਾਅਦ ਅਗਲਾ ਜਿਹੜਾ ਤੁਹਾਡਾ ਪੱਤਰ ਹੈ ਉਹ ਹੈ ਅਪੰਗਾਂ ਦੀ ਸਮੱਸਿਆ ਬਾਰੇ। ਹੁਣ ਇੱਕ ਸ਼ਬਦ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਅਪੰਗ ਕਹਿਣਾ ਚਾਹੀਦਾ। ਇਹਨਾਂ ਨੂੰ ਦਿਵਿਆਂਗ ਸ਼ਬਦ ਅੱਜ ਕੱਲ੍ਹ ਵਰਤਿਆ ਜਾਂਦਾ। ਵਿਕਲਾਂਗ ਦੀ ਥਾਂ 'ਤੇ, ਅਪੰਗ ਦੀ ਥਾਂ 'ਤੇ ਦਿਵਿਆਂਗ ਸ਼ਬਦ ਵਰਤਿਆ ਜਾਂਦਾ। ਉਹ ਲੋਕ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਅੰਗਹੀਣਤਾ ਹੈ, ਕੋਈ ਅੰਗ ਕੰਮ ਨਹੀਂ ਕਰਦਾ, ਜਮਾਂਦਰੂ ਨੁਕਸ ਹੈ ਜਾਂ ਹਾਦਸੇ ਕਰਕੇ ਜੋ ਵੀ ਵਾਪਰਿਆ। ਸੇਵਾ ਵਿਖੇ ਸੰਪਾਦਕ ਜੀ ਰੋਜ਼ਾਨਾ ਪੰਜਾਬ ਟਾਈਮਜ਼ ਜਲੰਧਰ, ਅਖਬਾਰ ਦਾ ਨਾਂ ਚੇਂਜ ਹੋ ਗਿਆ, ਸ਼ਹਿਰ ਉਹੀ ਹੈ। ਅਪੰਗਾਂ ਦੀ ਸਮੱਸਿਆ ਵਿਸ਼ਾ ਹੈ ਜੀ। ਸ੍ਰੀਮਾਨ ਜੀ ਤੋਂ ਬਾਅਦ ਬੇਨਤੀ ਹੈ ਕਿ ਤੁਹਾਡਾ ਅਖਬਾਰ ਹਮੇਸ਼ਾ ਸਮਾਜ ਦੇ ਅਣਗੌਲੇ ਤਜਰਬਿਆਂ ਦੀ ਆਵਾਜ਼ ਬਣਦਾ ਰਿਹਾ ਹੈ। ਆਪ ਦੇ ਮਾਨਵਵਾਦੀ ਨਜ਼ਰੀਏ ਤੋਂ ਉਤਸ਼ਾਹਿਤ ਹੋ ਕੇ ਮੈਂ ਸਮਾਜ ਵਿੱਚ ਅਪੰਗਾਂ ਦੀ ਸਮੱਸਿਆ ਬਾਰੇ ਕੁਝ ਕਹਿਣਾ ਚਾਹੁੰਦੀ ਹਾਂ। ਪਿਛਲੇ ਕੁਝ ਸਮੇਂ ਤੱਕ ਅਪੰਗਤਾ ਨੂੰ ਰੱਬੀ ਸਰਾਪ ਜਾਂ ਕੁਦਰਤ ਦੀ ਕਰੋਪੀ ਸਮਝ ਕੇ ਅਪੰਗਾਂ ਨੂੰ ਦੂਜਿਆਂ ਦੇ ਮੁਕਾਬਲੇ ਹੀਣ ਤੇ ਨਿਕੰਮੇ ਸਮਝਿਆ ਜਾਂਦਾ ਸੀ। ਇਸ ਕਾਣੀ ਸਮਾਜਿਕ ਸੋਚ ਕਾਰਨ ਹੀ ਅਪੰਗ ਵਿਅਕਤੀ ਧਾਰਮਿਕ ਸਥਾਨਾਂ 'ਤੇ ਸ਼ਰਨ ਲੈਂਦੇ ਸਨ, ਪਿੰਗਲਵਾੜਿਆਂ ਵਿੱਚ ਵਕਤ ਕੱਟਦੇ ਸਨ ਜਾਂ ਮੰਗ ਭਿੰਨ ਕੇ ਗੁਜ਼ਾਰਾ ਕਰਦੇ ਸਨ। ਸਮਾਜ ਦੇ ਭਲੇ ਮਨੁੱਖ ਵੀ ਉਹਨਾਂ ਨੂੰ ਦਇਆ ਭਾਵਨਾ ਨਾਲ ਵੇਖਦੇ ਸਨ। ਆਪਣੇ ਪ੍ਰਤੀ ਪੱਖਪਾਤੀ ਸਮਾਜਿਕ ਰਵੱਈਆ ਵੇਖ ਕੇ ਅਪੰਗ ਵਿਅਕਤੀ ਖੁਦ ਵੀ ਤਰਸ ਦੇ ਪਾਤਰ ਬਣ ਜਾਂਦੇ ਸਨ। ਉੱਪਰ ਦੱਸੀ ਸਾਡੀ ਸੋਚ ਨੇ ਕਾਫੀ ਸਮਾਜਿਕ ਨੁਕਸਾਨ ਪਹੁੰਚਾਇਆ ਹੈ। ਇੱਕ ਤਾਂ ਅਪੰਗਤਾ ਨੂੰ ਰੱਬ ਦੀ ਕਰਨੀ ਸਮਝ ਕੇ ਇਸ ਦੇ ਕਾਰਨਾਂ ਵੱਲ ਬਹੁਤਾ ਧਿਆਨ ਨਹੀਂ ਵੇਖਿਆ ਜਾਂਦਾ। ਦੂਜਾ, ਅਪੰਗ ਆਖੇ ਜਾਂਦੇ ਵਿਅਕਤੀਆਂ ਦੀ ਬਾਕੀ ਸਲਾਮਤ ਸਮਰੱਥਾ ਨੂੰ ਅਜਾਈਂ ਜਾਣ ਦਿੱਤਾ ਜਾਂਦਾ ਹੈ। ਭਾਵ ਦੇਖੋ, ਕੋਈ ਬੰਦੇ ਦੇ ਵਿੱਚ ਕੋਈ ਅੰਗਹੀਣਤਾ, ਉਹਦੇ 'ਚ ਹੋਰ ਟੈਲੈਂਟ ਬਹੁਤ ਹੋਣਗੇ, ਹੋ ਸਕਦਾ ਵਧੀਆ ਸਿੰਗਰ ਹੋਵੇ, ਪਰ ਜਦੋਂ ਅਸੀਂ ਉਹਨੂੰ ਵਿਚਾਰਾ ਜਿਹਾ ਬਣਾ ਦਿੰਦੇ ਹਾਂ ਤਾਂ ਉਹ ਆਪਣਾ ਟੈਲੈਂਟ ਬਾਹਰ ਨਹੀਂ ਕੱਢਦਾ। ਇੱਥੇ ਨੁਕਤਾ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਮੰਨ ਲਓ ਕਿ ਇੱਕ ਵਿਅਕਤੀ ਦੀ ਇੱਕ ਬਾਂਹ ਨਹੀਂ ਹੈ, ਦੂਜੇ ਵਿਅਕਤੀ ਦੀ ਲੱਤ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ, ਤੀਜੇ ਵਿਅਕਤੀ ਜੋਤਹੀਣ ਹੈ, ਭਾਵ ਉਹਨੂੰ ਦਿਖਦਾ ਨਹੀਂ, ਚੌਥੇ ਵਿਅਕਤੀ ਨੂੰ ਬਹੁਤ ਉੱਚਾ ਸੁਣਦਾ ਹੈ। ਇਸ ਤਰ੍ਹਾਂ ਅਪੰਗਤਾ ਕਈ ਭਾਂਤ ਦੀ ਹੋ ਸਕਦੀ ਹੈ ਅਤੇ ਇਸ ਦੀ ਮਾਤਰਾ ਵੀ ਵੱਖ-ਵੱਖ ਹੋ ਸਕਦੀ ਹੈ। ਵਿਚਾਰਨ ਦੀ ਗੱਲ ਇਹ ਹੈ ਕਿ ਕੀ ਇਸ ਤਰ੍ਹਾਂ ਦੀ ਅਪੰਗਤਾ ਕਾਰਨ ਵਿਅਕਤੀ ਦੀ ਬਾਕੀ ਸਮਰੱਥਾ ਬੇਕਾਰ ਹੋ ਗਈ ਹੈ? ਨਹੀਂ, ਕਈ ਵਾਰੀ ਸਰੀਰ ਦੇ ਕਿਸੇ ਇੱਕ ਅੰਗ ਦੀ ਕਾਰਜਸ਼ੀਲਤਾ ਘਟਣ ਜਾਂ ਰੁਕਣ ਨਾਲ ਬਾਕੀ ਅੰਗਾਂ ਦੀ ਕਾਰਜਸ਼ੀਲਤਾ ਹੋਰ ਉਤੇ ਮਾੜਾ ਅਸਰ ਨਹੀਂ ਪੈਂਦਾ। ਅਨੇਕਾਂ ਕੰਮ ਅਜਿਹੇ ਹਨ ਜਿਨ੍ਹਾਂ ਨੂੰ ਇੱਕ ਕਾਰਜਹੀਣ ਹੋਏ ਅੰਗ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਅਪੰਗਾਂ ਦੀ ਸਾਬਤ ਰਹੀ ਸਮਰੱਥਾ ਜਿਹੜੀ ਹੈ ਉਸ ਦਾ ਸਦਉਪਯੋਗ ਵੀ ਕਰਨਾ ਬਣਿਆ। ਦੇਖੋ, ਅਸੀਂ ਉਹਨਾਂ ਨੂੰ ਨਾ ਆਪਣੇ 'ਤੇ ਨਿਰਭਰ ਨਹੀਂ ਕਰਨਾ, ਅਸੀਂ ਉਹਨਾਂ ਨੂੰ ਉਹਨਾਂ ਜੋਗੇ ਬਣਾਉਣਾ। ਹੁਣ ਮੰਨ ਲਓ ਤੁਹਾਡੇ ਸੰਪਰਕ 'ਚ ਕੋਈ ਇੱਦਾਂ ਦੇ ਬੰਦੇ ਵੀ ਆਏ ਹੋਣਗੇ ਜਿਹੜੇ ਖੁਦ ਚੱਲ ਫਿਰ ਨਹੀਂ ਸਕਦੇ, ਲੇਕਿਨ ਉਹ ਬੈਠੇ ਬੈਠੇ ਕੁਰਸੀਆਂ, ਮੰਜੇ, ਪੀੜ੍ਹੀਆਂ ਬੜੀਆਂ ਸੋਹਣੀਆਂ ਬੁਣ ਲੈਂਦੇ ਨੇ, ਕੋਟੀ ਸਵਾਟਰ ਬੁਣ ਲੈਂਦੇ ਨੇ। ਇੱਥੇ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਗਟ ਰੂਪ ਵਿੱਚ ਦਿਸਦੀ ਅਪੰਗਤਾ ਬਾਰੇ ਹੀ ਪੱਖਪਾਤੀ ਰਵੱਈਆ ਧਾਰਨ ਕਰਦੇ ਹਾਂ। ਅਸਲ ਵੇਲ ਕੰਮ ਅਗਲੀ ਗੈਰ ਜ਼ਿੰਮੇਵਾਰੀ, ਆਚਰਣਹੀਣਤਾ ਜਿਹੀਆਂ ਕਮੀਆਂ ਪ੍ਰਤੀ ਵਿਰੋਧ ਦੀ ਭਾਵਨਾ ਨਹੀਂ ਰੱਖਦੇ। ਹੁਣ ਕਈਆਂ ਦੇ ਵਿੱਚ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਕਰਦੇ, ਅਸਲੀ ਅੰਗਹੀਣਤਾ ਉਹ ਨੇ, ਉਹਨਾਂ ਬਾਰੇ ਕੁਝ ਨਹੀਂ ਕਰਦੇ। ਸਮਾਜ ਦਾ ਇੱਕ ਬੜਾ ਮਾੜਾ ਪੱਖ ਹੋ ਜਾਂਦਾ ਹੈ ਕਿ ਜਦੋਂ ਅਸੀਂ ਕੋਈ ਆਲਸੀ ਆ, ਕੋਈ ਵਿਹਲਾ ਵਾ, ਕੋਈ ਗੈਰ ਜ਼ਿੰਮੇਵਾਰ ਬੰਦਾ, ਉਹ ਤਾਂ ਅਪੰਗਾਂ ਤੋਂ ਵੀ ਜ਼ਿਆਦਾ ਖਤਰਨਾਕ ਤਰੀਕੇ ਨਾਲ ਸਮਾਜ ਨੂੰ ਨੁਕਸਾਨ ਪਹੁੰਚਾਉਂਦਾ। ਸੋ ਉਹਨਾਂ ਬਾਰੇ ਅਸੀਂ ਚੁੱਪ ਰਹਿੰਦੇ ਹਾਂ, ਪਰ ਜਿਹੜੇ ਸਰੀਰਕ ਤੌਰ 'ਤੇ ਅਪੰਗ ਹੁੰਦਾ ਉਹ 'ਤੇ ਅਸੀਂ ਤਰਸ ਖਾਂਦੇ ਹਾਂ, ਤਾਂ ਉਹਨੂੰ ਵਿਚਾਰਾ ਜਿਹਾ ਬਣਾ ਦਿੰਦੇ ਹਾਂ। ਸੋ ਇਹਦੇ ਸੰਬੰਧੀ ਉਹਨੇ ਕੁਝ ਸੁਝਾਅ ਦਿੱਤੇ ਹੈਗੇ ਨੇ, ਅੱਗੇ ਤੁਸੀਂ ਸੁਝਾਅ ਪੜ੍ਹ ਲੈਂਦੇ ਹੋ। ਕੁਝ ਤਾਂ ਮੈਡੀਕਲ ਸੁਝਾਅ ਨੇ, ਕੁਝ ਸਮਾਜ ਲਈ ਸੁਝਾਅ ਨੇ। ਠੀਕ ਹੈ, ਅਤੇ ਮਾਪਿਆਂ ਨੂੰ ਕੀ ਕਰਨਾ ਚਾਹੀਦਾ, ਸਮਾਜ ਨੂੰ ਕੀ ਕਰਨਾ ਚਾਹੀਦਾ, ਲਿਖਣ ਤੋਂ ਬਾਅਦ ਫਿਰ ਉਹ ਤੋਂ ਬਾਅਦ ਉਹਨੇ ਕਿਹਾ ਹੈਗਾ ਕਿ ਇਸ ਭਾਂਤ ਦੇ ਮੈਂਬਰਾਂ ਪ੍ਰਤੀ ਆਪਣੱਤ ਅਤੇ ਉਤਸ਼ਾਹ ਨਾਲ ਵਤੀਰਾ ਅਪਣਾ ਕੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ ਚਾਹੀਦਾ। ਜਿਹੜਾ 8ਵਾਂ ਤੁਹਾਡਾ ਅਖਬਾਰ ਸੰਪਾਦਕ ਨੂੰ ਪੱਤਰ ਹੈ ਉਹ ਹੈ ਸੇਵਾ ਵਿਖੇ ਸੰਪਾਦਕ ਸਾਹਿਬ ਜਾਂ ਸੰਪਾਦਕ ਜੀ, ਰੋਜ਼ਾਨਾ ਜਗਬਾਣੀ ਜਲੰਧਰ, ਵਿਸ਼ਾ ਅੱਗ ਲੱਗਣ ਦੀ ਦੁਰਘਟਨਾ ਬਾਰੇ। ਸ੍ਰੀਮਾਨ ਜੀ, ਅੱਗੋਂ ਤੁਸੀਂ ਨੋਟ ਕਰ ਰਹੇ ਹੋ, ਅਖਬਾਰ ਦੀ ਸਿਫਤ ਕੀਤੀ ਹੈ, ਅਖਬਾਰ ਦੇ ਰਾਹੀਂ ਇੱਕ ਮਨੁੱਖੀ ਲਾਪਰਵਾਹੀ ਜਾਂ ਬੇਧਿਆਨੀ ਦਾ ਜ਼ਿਕਰ ਕੀਤਾ ਹੈ। ਕਿਸਾਨ ਦੀ ਗੱਲ ਹੈ,
ਤੁਸੀਂ ਦੇਖ ਰਹੇ ਹੋ ਪਸ਼ੂਆਂ ਦੇ ਵਾੜੇ ਦਾ ਜ਼ਿਕਰ ਹੈ। ਕੀ ਵਾਪਰਿਆ? ਸਵੇਰ ਵੇਲੇ ਉੱਠ ਕੇ ਜਦੋਂ ਰੌਲਾ ਸੁਣਿਆ ਤਾਂ ਉਦੋਂ ਕੀ ਹੋਇਆ? ਲੋਕੋ ਆਓ, ਪਾਣੀ ਲਿਆਓ, ਅੱਗ ਬੁਝਾਓ, ਇਹ ਆਵਾਜ਼ਾਂ ਦਾ ਜ਼ਿਕਰ ਹੈ। ਉਸ ਤੋਂ ਬਾਅਦ ਪਸ਼ੂਆਂ ਵਾਲੇ ਘਰ ਦਾ ਜੋ ਹਾਲ ਹੋਇਆ ਉਹਦਾ ਜ਼ਿਕਰ ਹੈ। ਪਿੰਡ ਦੇ ਨੌਜਵਾਨ ਝੁਲਸੇ ਹੋਏ ਪਸ਼ੂਆਂ ਨੂੰ ਬਾਹਰ ਕੱਢ ਰਹੇ ਸੀ। ਅੱਗ ਤਾਂ ਬੁਝ ਗਈ ਹੈ, ਪਰ ਲੋਕ ਤਰਾਹ ਤਰਾਹ ਕਰ ਰਹੇ ਸੀ। ਜੀਵ ਤੜਫ ਤੜਫ ਕੇ ਮਰ ਗਏ ਸੀ, ਬੇਜ਼ੁਬਾਨ ਮਰ ਗਏ ਸੀ। ਛੋਟੀ ਜਿਹੀ ਅਣਗਹਿਲੀ ਕਿੱਡਾ ਨੁਕਸਾਨ ਕਰ ਗਈ, ਇਹਦਾ ਜ਼ਿਕਰ ਹੈ। ਅਸੀਂ ਹੋਰ ਵੇਰਵੇ ਵਿੱਚ ਨਹੀਂ ਜਾਣਾ ਚਾਹੁੰਦੇ, ਬਸ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਕਿਤੇ ਵੀ ਅੱਗ ਲੱਗਣ ਜਾਂ ਬਾਲਣ ਵੇਲੇ ਇਹਨਾਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਚੌਕਸੀ ਜ਼ਰੂਰ ਕਰਨੀ ਚਾਹੀਦੀ ਹੈ। ਜਿੱਥੇ ਬਿਜਲੀ ਦਾ ਪ੍ਰਬੰਧ ਹੈ ਉੱਥੇ ਦੀ ਫਿਟਿੰਗ ਚੰਗੀ ਤਰ੍ਹਾਂ ਕਰਾਉਣੀ ਚਾਹੀਦੀ ਹੈ। ਬਿਜਲੀ ਦੀਆਂ ਨੰਗੀਆਂ ਤਾਰਾਂ ਦਾ ਜਾਂ ਨੁਕਸਾਨਦਾਰ ਫਿਟਿੰਗ ਕਾਰਨ ਹੀ ਅੱਗ ਲੱਗ ਸਕਦੀ ਹੈ। ਸਾਡੀ ਨਿੱਕੀ ਜਿਹੀ ਲਾਪਰਵਾਹੀ ਸਾਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਧੰਨਵਾਦ ਸਰ। ਆਪ ਦਾ ਵਿਸ਼ਵਾਸ ਪਾਤਰ ਜਾਂ ਆਪ ਦਾ ਹਿਤੂ। ਅੱਗੋਂ ਨਾਮ, ਪਿੰਡ, ਜ਼ਿਲ੍ਹਾ ਅਤੇ ਫਿਰ ਖੱਬੇ ਹੱਥ ਮਿਤੀ।